ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ ਵਰਿੰਦਰ ਐਜੂਕੇਸ਼ਨ ਵਿੱਚ। ਅੱਜ ਅਸੀਂ ਸਵਿਕਸ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਕਰਨ ਜਾ ਰਹੇ ਹਾਂਗੇ ਜਿਹਦਾ ਨਾਮ ਹੈਗਾ ਸੰਸਦ ਮਤਲਬ ਕਿ ਪਾਰਲੀਮੈਂਟ। ਇਹ ਜਿਹੜਾ ਸੰਸਦ ਸ਼ਬਦ ਹੈਗਾ ਇਹ ਪਾਰਲੀਮੈਂਟ ਦਾ ਪੰਜਾਬੀ 'ਚ ਅਨੁਵਾਦ ਹੈਗਾ ਤੇ ਪਾਰਲੀਮੈਂਟ ਸ਼ਬਦ ਫਰਾਂਸੀਸੀ ਭਾਸ਼ਾ ਦੇ ਸ਼ਬਦ ਪਾਰਲਰ ਤੋਂ ਲਿਆ ਗਿਆ ਹੈਗਾ ਜਿਹਦਾ ਮਤਲਬ ਹੈਗਾ ਗੱਲਬਾਤ ਕਰਨਾ। ਇਸ ਤਰ੍ਹਾਂ ਸੰਸਦ ਆ ਜਿਹੜੀ ਉਹ ਇੱਕ ਅਜਿਹੀ ਸੰਸਥਾ ਗੀ ਜਿੱਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਉਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਿਸ਼ਿਆਂ ਤੇ ਗੱਲਬਾਤ ਕਰਦੇ ਨੇ। ਤੇ ਭਾਰਤੀ ਸੰਸਦ ਦੇ ਵਿੱਚ ਸੰਘੀ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈਗੀ ਤੇ ਇਹ ਜਿਹੜੀ ਵਿਵਸਥਾ ਗੀ ਅਸੀਂ ਕੈਨੇਡਾ ਤੋਂ ਪ੍ਰਾਪਤ ਕੀਤੀ ਹੈਗੀ। ਸੰਘੀ ਸ਼ਾਸਨ ਪ੍ਰਣਾਲੀ ਦਾ ਮਤਲਬ ਹੈਗਾ ਕੇਂਦਰ ਤੇ ਰਾਜ ਪੱਧਰ ਉੱਤੇ ਵੱਖ-ਵੱਖ ਸਰਕਾਰਾਂ ਦੀ ਵਿਵਸਥਾ ਕੀਤੀ ਗਈ ਹੈਗੀ। ਕੇਂਦਰੀ ਪੱਧਰ ਤੇ ਕਾਨੂੰਨ ਬਣਾਉਣ ਦੀ ਜਿਹੜੀ ਸ਼ਕਤੀ ਆ ਗਈ ਉਹ ਸੰਸਦ ਕੋਲ ਆ ਗਈ ਤੇ ਰਾਜ ਪੱਧਰ ਤੇ ਕਾਨੂੰਨ ਬਣਾਉਣ ਦੀ ਸ਼ਕਤੀ ਵਿਧਾਨ ਮੰਡਲ ਕੋਲ ਆ। ਸੰਸਦ ਦੇ ਦੋ ਸਦਨ ਹੁੰਦੇ ਨੇ, ਇੱਕ ਹੈਗਾ ਰਾਜ ਸਭਾ ਜਿਹਨੂੰ ਕਿ ਉੱਪਰਲਾ ਸਦਨ ਕਿਹਾ ਜਾਂਦਾ ਗਾ ਤੇ ਦੂਸਰਾ ਹੈਗਾ ਲੋਕ ਸਭਾ ਜਿਹਨੂੰ ਕਿ ਹੇਠਲਾ ਸਦਨ ਕਿਹਾ ਜਾਂਦਾ। ਪਰ ਸੰਸਦ ਦੇ ਤਿੰਨ ਅੰਗ ਹੁੰਦੇ ਨੇਗੇ, ਉਹ ਕਿਹੜੇ-ਕਿਹੜੇ ਨੇ ਉਹ ਆਪਾਂ ਡਿਸਕਸ ਕਰਦੇ ਆਂਗੇ। ਪਹਿਲਾ ਹੈਗਾ ਲੋਕ ਸਭਾ, ਦੂਸਰਾ ਹੈਗਾ ਰਾਜ ਸਭਾ ਤੇ ਤੀਸਰਾ ਹੈਗਾ ਪ੍ਰੈਜ਼ੀਡੈਂਟ ਮਤਲਬ ਕਿ ਰਾਸ਼ਟਰਪਤੀ। ਤੇ ਭਾਰਤੀ ਸੰਵਿਧਾਨ ਦੇ ਵਿੱਚ ਪਾਰਲੀਮੈਂਟ ਜਿਹੜੀ ਵਿਵਸਥਾ ਗਈ ਉਹ ਆਰਟੀਕਲ 79 ਦੇ ਵਿੱਚ ਕੀਤੀ ਗਈ ਹੈਗੀ ਤੇ ਰਾਜ ਸਭਾ ਦੀ ਆਰਟੀਕਲ 80 ਦੇ ਵਿੱਚ ਕੀਤੀ ਗਈ ਹੈਗੀ, ਲੋਕ ਸਭਾ ਦੀ 81 ਦੇ ਵਿੱਚ ਤੇ ਪ੍ਰੈਜ਼ੀਡੈਂਟ ਦੀ 52 ਦੇ ਵਿੱਚ। ਹੁਣ ਅਸੀਂ ਸੰਸਦ ਦੇ ਉੱਪਰਲੇ ਸਦਨ ਮਤਲਬ ਕਿ ਰਾਜ ਸਭਾ ਬਾਰੇ ਪੜ੍ਹਾਂਗੇ ਜਿਹਨੂੰ ਕਿ ਅੱਪਰ ਹਾਊਸ ਵੀ ਕਿਹਾ ਜਾਂਦਾ ਗਾ। ਹੁਣ ਜਿਵੇਂ ਕਿ ਰਾਜ ਸਭਾ ਦੇ ਨਾਮ ਤੋਂ ਹੀ ਸਪਸ਼ਟ ਆ ਕਿ ਰਾਜਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਸਭਾ। ਹਰ ਇੱਕ ਜਿਹੜਾ ਰਾਜ ਆ ਉਹ ਆਪਣੀ ਜਨਸੰਖਿਆ ਦੇ ਹਿਸਾਬ ਨਾਲ ਰਾਜ ਸਭਾ ਵਿੱਚ ਆਪਣੇ ਪ੍ਰਤੀਨਿਧ ਭੇਜਦਾ ਗਾ। ਜ਼ਿਆਦਾ ਜਨਸੰਖਿਆ ਵਾਲੇ ਰਾਜਾਂ ਦੇ ਪ੍ਰਤੀਨਿਧ ਜ਼ਿਆਦਾ ਹੋਣਗੇ ਤੇ ਘੱਟ ਜਨਸੰਖਿਆ ਵਾਲੇ ਦੇ ਘੱਟ। ਤੇ ਰਾਜ ਸਭਾ ਦੇ ਮੈਂਬਰਾਂ ਦੀ ਜਿਹੜੀ ਸੰਖਿਆ ਗੀ ਉਹ ਵੱਧ ਤੋਂ ਵੱਧ 250 ਹੋ ਸਕਦੀ ਹੈਗੀ, ਜਿਹਦੇ ਚੋਂ 238 ਜਿਹੜੇ ਮੈਂਬਰ ਨੇ ਉਹ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧ ਹੁੰਦੇ ਨੇਗੇ ਤੇ ਜਿਹੜੇ 12 ਮੈਂਬਰ ਨੇਗੇ ਉਹ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਨੇ। ਤੇ ਜਿਹੜਾ ਰਾਸ਼ਟਰਪਤੀ ਹੈਗਾ ਉਹ ਵਿਗਿਆਨ, ਖੇਡ ਜਗਤ, ਸਾਹਿਤ, ਕਲਾ, ਸਮਾਜ ਸੇਵਾ ਇਹਨਾਂ ਖੇਤਰਾਂ 'ਚੋਂ ਵਿਸ਼ੇਸ਼ ਸਥਾਨ ਹਾਸਲ ਕਰਨ ਵਾਲੇ ਵਿਅਕਤੀਆਂ ਨੂੰ ਨਾਮਜ਼ਦ ਕਰਦਾ ਗਾ। ਤੇ ਵਰਤਮਾਨ ਸਮੇਂ ਦੇ ਵਿੱਚ ਰਾਜ ਸਭਾ ਦੇ ਮੈਂਬਰਾਂ ਦੀ ਜਿਹੜੀ ਸੰਖਿਆ ਗੀ ਉਹ 245 ਹੈਗੀ। ਹੁਣ ਆਪਾਂ ਗੱਲ ਕਰਦੇ ਹਾਂ ਕਿ ਰਾਜ ਸਭਾ ਦਾ ਮੈਂਬਰ ਆ ਉਹ ਕਿਸ ਤਰ੍ਹਾਂ ਬਣਿਆ ਜਾਂਦਾ ਗਾ। ਜਿਵੇਂ ਕਿ ਆਪਾਂ ਗੱਲ ਕੀਤੀ ਆ ਕਿ ਰਾਜ ਸਭਾ 'ਚ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚੋਂ ਮੈਂਬਰ ਭੇਜੇ ਜਾਂਦੇ ਨੇ ਤੇ ਜਿਹੜੇ ਬਾਕੀ 12 ਮੈਂਬਰ ਹੁੰਦੇ ਨੇ ਉਹ ਰਾਸ਼ਟਰਪਤੀ ਚੁਣਦਾ ਗਾ। ਪਰ ਇਹਦੇ ਲਈ ਨਾ ਕੁਝ ਯੋਗਤਾਵਾਂ ਦਾ ਹੋਣਾ ਜ਼ਰੂਰੀ ਹੈਗਾ। ਉਹ ਕਿਹੜੀਆਂ-ਕਿਹੜੀਆਂ ਯੋਗਤਾਵਾਂ ਨੇ ਉਹਨਾਂ ਬਾਰੇ ਆਪਾਂ ਡਿਸਕਸ ਕਰਦੇ ਆਂਗੇ। ਜਿਵੇਂ ਕਿ ਪਹਿਲੀ ਹੈਗੀ ਆਗੀ ਭਾਰਤ ਦਾ ਨਾਗਰਿਕ ਹੋਵੇ, ਮਤਲਬ ਕਿ ਰਾਜ ਸਭਾ ਦਾ ਜਿਹੜਾ ਮੈਂਬਰ ਹੈਗਾ ਉਹ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈਗਾ। ਦੂਸਰੀ ਯੋਗਤਾ ਹੈਗੀ ਆ ਮੈਂਬਰ ਬਣਨ ਲਈ ਜਿਹੜੀ ਘੱਟੋ ਘੱਟ ਉਮਰ ਹੈਗੀ ਉਹ 30 ਸਾਲ ਹੋਣੀ ਜ਼ਰੂਰੀ ਹੈਗੀ। ਤੀਸਰੀ ਹੈਗੀ ਉਹ ਸਰਕਾਰੀ ਅਹੁਦੇ ਉੱਤੇ ਨਹੀਂ ਹੋਣਾ ਚਾਹੀਦਾ, ਕਿਉਂਕਿ ਸੰਸਦ ਤੇ ਮੰਤਰੀ ਦੇ ਅਹੁਦੇ ਨੂੰ ਆਪਾਂ ਸਰਕਾਰੀ ਅਹੁਦਾ ਨਹੀਂ ਮੰਨਦੇ ਹੈਗੇ। ਇਸ ਲਈ ਸਰਕਾਰੀ ਅਹੁਦੇ ਵਾਲਾ ਜਿਹੜਾ ਵਿਅਕਤੀ ਹੈਗਾ ਉਹ ਰਾਜ ਸਭਾ ਦਾ ਮੈਂਬਰ ਨਹੀਂ ਬਣ ਸਕਦਾ। ਚੌਥੀ ਹੈਗੀ ਆ ਉਹ ਪਾਗਲ ਜਾਂ ਦਿਵਾਲੀਆ ਨਾ ਹੋਵੇ, ਮਤਲਬ ਕਿ ਜਿਹੜਾ ਬੰਦਾ ਮਾਨਸਿਕ ਪੱਖੋਂ ਪੂਰਾ ਦਰੁਸਤ ਹੋਊਗਾ ਉਹੀ ਰਾਜ ਸਭਾ ਦਾ ਮੈਂਬਰ ਬਣ ਸਕਦਾ ਗਾ। ਹੁਣ ਅਸੀਂ ਰਾਜ ਸਭਾ ਦੇ ਮੈਂਬਰਾਂ ਦੇ ਕਾਰਜਕਾਲ ਦੀ ਗੱਲ ਕਰਦੇ ਆਂਗੇ। ਰਾਜ ਸਭਾ ਦੇ ਜਿਹੜੇ ਮੈਂਬਰ ਹੁੰਦੇ ਨੇਗੇ ਉਹ 6 ਸਾਲ ਤੱਕ ਆਪਣੇ ਅਹੁਦੇ ਤੇ ਰਹਿੰਦੇ ਨੇਗੇ ਤੇ ਇਹਨਾਂ ਦਾ ਜਿਹੜਾ ਕਾਰਜਕਾਲ ਹੁੰਦਾ ਗਾ ਉਹ ਪਰਮਾਨੈਂਟ ਹੁੰਦਾ ਗਾ, ਮਤਲਬ ਕਿ ਇਹਨੂੰ ਕਦੇ ਵੀ ਭੰਗ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਰਾਜ ਸਭਾ ਨੂੰ ਸਥਾਈ ਸਦਨ ਵੀ ਕਿਹਾ ਜਾਂਦਾ ਗਾ। ਪਰ ਜੇ ਕੋਈ ਰਾਜ ਸਭਾ ਦਾ ਮੈਂਬਰ ਤਿਆਗ ਪੱਤਰ ਦੇਣਾ ਚਾਹੁੰਦਾ ਗਾ, ਮਤਲਬ ਕਿ ਉਹ ਆਪਣੇ ਅਹੁਦੇ ਨੂੰ ਰਿਜ਼ਾਈਨ ਕਰਨਾ ਚਾਹੁੰਦਾ ਗਾ ਤਾਂ ਉਹ ਰਿਜ਼ਾਈਨ ਕਰ ਸਕਦਾ ਗਾ। ਤੇ ਰਾਜ ਸਭਾ ਦੇ 1/3 ਮੈਂਬਰ ਨੇਗੇ ਜਿਹੜੇ ਉਹ ਹਰੇਕ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਨੇਗੇ। ਤੇ ਰਾਜ ਸਭਾ ਦਾ ਜਿਹੜਾ ਸਭਾਪਤੀ ਹੈਗਾ ਉਹ ਉਪ ਰਾਸ਼ਟਰਪਤੀ ਹੁੰਦਾ ਗਾ। ਸਭਾਪਤੀ ਮਤਲਬ ਕਿ ਜਿਹੜਾ ਕਿ ਰਾਜ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਗਾ। ਤੇ ਇਸ ਤੋਂ ਇਲਾਵਾ ਇਹਦੇ ਵਿੱਚ ਉਪ ਸਭਾਪਤੀ ਦੀ ਵੀ ਨਿਯੁਕਤੀ ਕੀਤੀ ਜਾਂਦੀ ਹੈਗੀ ਜਿਹੜੀ ਕਿ ਰਾਜ ਸਭਾ ਦੇ ਮੈਂਬਰਾਂ 'ਚੋਂ ਹੀ ਕੀਤੀ ਜਾਂਦੀ ਹੈਗੀ। ਜਿਹੜਾ ਉਪ ਸਭਾਪਤੀ ਹੈਗਾ ਉਹ ਸਭਾਪਤੀ ਦੀ ਗੈਰ ਹਾਜ਼ਰੀ ਦੇ ਵਿੱਚ ਕੰਮ ਕਰਦਾ ਗਾ। ਹੁਣ ਆਪਾਂ ਰਾਜ ਸਭਾ ਦੇ ਵਿਸ਼ੇਸ਼ ਅਧਿਕਾਰਾਂ ਦੀ ਗੱਲ ਕਰਦੇ ਆਂਗੇ ਜਿਹੜੀ ਕਿ ਕਾਫੀ ਜ਼ਿਆਦਾ ਇੰਪੋਰਟੈਂਟ ਹੈਗੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂਗੇ ਆਰਟੀਕਲ 249 ਬਾਰੇ। ਜਿਵੇਂ ਕਿ ਸੰਵਿਧਾਨ ਦੀ 7ਵੀਂ ਸੂਚੀ 'ਚ ਇਹ ਕਿਹਾ ਗਿਆ ਗਾ ਕਿ ਕੇਂਦਰ ਸਰਕਾਰ ਆ ਜਿਹੜੀ ਉਹ ਕੇਂਦਰੀ ਵਿਸ਼ਿਆਂ ਤੇ,
ਰਾਜ ਸਰਕਾਰ ਆ ਜਿਹੜੀ ਉਹ ਰਾਜ ਦੇ ਵਿਸ਼ਿਆਂ ਤੇ ਸੰਪਰਤੀ ਸੂਚੀ ਦੇ ਵਿੱਚ ਜਿਹੜੇ ਵਿਸ਼ੇ ਨੇ ਉਹਨਾਂ ਤੇ ਕੇਂਦਰ ਤੇ ਰਾਜ ਸਰਕਾਰ ਦੋਨੋਂ ਕਾਨੂੰਨ ਬਣਾ ਸਕਦੀਆਂ ਨੇਗੀਆਂ। ਪਰ ਇਸ ਆਰਟੀਕਲ ਅਨੁਸਾਰ ਇਹ ਕਿਹਾ ਗਿਆ ਗਾ ਕਿ ਜੇ ਕੇਂਦਰ ਨੂੰ ਲੱਗਦਾ ਗਾ ਕਿ ਰਾਜ ਦੀ ਸੂਚੀ ਦੇ ਵਿੱਚ ਜਿਹੜਾ ਇਹ ਵਿਸ਼ਾ ਗਾ ਉਹਦੇ ਉੱਤੇ ਕੇਂਦਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਗਾ ਤਾਂ ਉਹ ਬਣਾ ਸਕਦੀ ਹੈਗੀ। ਪਰ ਜਿਹੜਾ ਇਹ ਬਿੱਲ ਹੈਗਾ ਉਹ ਪਹਿਲਾਂ ਰਾਜ ਸਭਾ ਦੇ ਵਿੱਚ 2/3 ਤਿਹਾਈ ਬਹੁਮਤ ਦੇ ਨਾਲ ਪਾਸ ਕੀਤਾ ਜਾਊਗਾ ਤੇ ਪਾਸ ਹੋਣ ਤੋਂ ਬਾਅਦ ਉਹਨੂੰ ਲੋਕ ਸਭਾ ਦੇ ਕੋਲ ਭੇਜ ਦਿੱਤਾ ਜਾਊਗਾ। ਜਦੋਂ ਲੋਕ ਸਭਾ ਉਹਨੂੰ ਪਾਸ ਕਰ ਦੂਗੀ ਤਾਂ ਬਾਅਦ ਦੇ ਵਿੱਚ ਰਾਸ਼ਟਰਪਤੀ ਦੀ ਮਨਜ਼ੂਰੀ ਮਿਲੂਗੀ। ਜਦੋਂ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਗਈ ਉਸ ਤੋਂ ਬਾਅਦ ਹੀ ਜਿਹੜਾ ਉਹ ਬਿੱਲ ਹੈਗਾ ਉਹ ਕਾਨੂੰਨ ਦਾ ਰੂਪ ਧਾਰਨ ਕਰੂਗਾ। ਹੁਣ ਆਪਾਂ 312 ਆਰਟੀਕਲ ਦੀ ਗੱਲ ਕਰਦੇ ਆਂਗੇ। ਇਹਦੇ ਵਿੱਚ ਇਹ ਕਿਹਾ ਗਿਆ ਗਾ ਕਿ ਅਖਿਲ ਭਾਰਤੀ ਸੇਵਾਵਾਂ ਨਾਲ ਸੰਬੰਧਿਤ ਜਿਹੜੇ ਬਿੱਲ ਹੋਣਗੇ ਉਹ ਪਹਿਲਾਂ ਰਾਜ ਸਭਾ ਦੇ ਵਿੱਚ ਪੇਸ਼ ਕੀਤੇ ਜਾਣਗੇ। ਅਖਿਲ ਭਾਰਤੀ ਸੇਵਾਵਾਂ ਦਾ ਮਤਲਬ ਹੈਗਾ ਗਾ IAS, IPS ਤੇ IFS ਨਾਲ ਸੰਬੰਧਿਤ ਜਿਹੜੇ ਬਿੱਲ ਹੋਣਗੇ। IAS ਮਤਲਬ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ, IPS ਮਤਲਬ ਇੰਡੀਅਨ ਪੁਲਿਸ ਸਰਵਿਸ ਤੇ IFS ਮਤਲਬ ਇੰਡੀਅਨ ਫੋਰੈਸਟ ਸਰਵਿਸ। ਤੇ ਇਹਨਾਂ ਨਾਲ ਸੰਬੰਧਿਤ ਜਿਹੜੇ ਬਿੱਲ ਹੁੰਦੇ ਨੇਗੇ ਉਹ ਸਭ ਤੋਂ ਪਹਿਲਾਂ ਰਾਜ ਸਭਾ ਦੇ ਵਿੱਚ ਪੇਸ਼ ਕੀਤੇ ਜਾਣਗੇ, ਨਾ ਕਿ ਲੋਕ ਸਭਾ ਦੇ ਵਿੱਚ। ਇਸ ਤੋਂ ਇਲਾਵਾ ਰਾਜ ਸਭਾ ਕੋਲ ਇਹ ਵੀ ਵਿਸ਼ੇਸ਼ ਅਧਿਕਾਰ ਆ ਕਿ ਉਪ ਰਾਸ਼ਟਰਪਤੀ ਨੂੰ ਹਟਾਉਣ ਸੰਬੰਧੀ ਜਿਹੜਾ ਪ੍ਰਸਤਾਵ ਆਗਾ ਉਹ ਸਭ ਤੋਂ ਪਹਿਲਾਂ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਜਾਊਗਾ। ਜਿਵੇਂ ਕਿ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਜਿਹੜਾ ਉਪ ਰਾਸ਼ਟਰਪਤੀ ਹੁੰਦਾ ਗਾ ਉਹ ਰਾਜ ਸਭਾ ਦਾ ਸਭਾਪਤੀ ਹੁੰਦਾ ਗਾ। ਜਿਵੇਂ ਕਿ ਜਿਹੜਾ ਧਨ ਬਿੱਲ ਹੈਗਾ ਉਹ ਸਭ ਤੋਂ ਪਹਿਲਾਂ ਲੋਕ ਸਭਾ 'ਚ ਪਾਸ ਕੀਤਾ ਜਾਂਦਾ ਗਾ ਤੇ ਬਾਅਦ ਦੇ ਵਿੱਚ ਜਦੋਂ ਉਹ ਰਾਜ ਸਭਾ ਦੇ ਸੰਪਰਕ ਦੇ ਵਿੱਚ ਆਉਂਦਾ ਗਾ ਤਾਂ ਰਾਜ ਸਭਾ ਉਹਨੂੰ ਸਿਰਫ 14 ਦਿਨਾਂ ਤੱਕ ਰੋਕ ਸਕਦੀ ਹੈਗੀ। ਮਤਲਬ ਕਿ 14 ਦਿਨਾਂ ਦੇ ਅੰਦਰ ਅੰਦਰ ਰਾਜ ਸਭਾ ਨੂੰ ਇਹਨੂੰ ਪਾਸ ਕਰਨਾ ਜ਼ਰੂਰੀ ਹੁੰਦਾ ਗਾ। ਪਰ ਜੇ 14 ਦਿਨਾਂ ਦੇ ਅੰਦਰ ਅੰਦਰ ਰਾਜ ਸਭਾ ਕੀ ਜਿਹੜੀ ਉਹਨੂੰ ਪਾਸ ਨਹੀਂ ਕਰਦੀ ਤਾਂ ਜਿਹੜਾ ਧਨ ਬਿੱਲ ਹੈਗਾ ਉਹ ਆਪਣੇ ਆਪ ਹੀ ਰਾਜ ਸਭਾ ਦੇ ਵਿੱਚੋਂ ਪਾਸ ਹੋਇਆ ਮੰਨਿਆ ਜਾਂਦਾ ਗਾ। ਇਹ ਸੀਗਾ ਜੀ ਸਾਰਾ ਰਾਜ ਸਭਾ ਦੇ ਬਾਰੇ। ਤੇ ਹੁਣ ਅਸੀਂ ਲੋਕ ਸਭਾ, ਜਿਹਨੂੰ ਕਿ ਲੋਅਰ ਹਾਊਸ ਤੇ ਹਾਊਸ ਆਫ ਦਾ ਪੀਪਲ ਵੀ ਕਿਹਾ ਜਾਂਦਾ ਗਾ, ਇਹਦੇ ਬਾਰੇ ਗੱਲ ਕਰਦੇ ਆਂਗੇ। ਤੇ ਲੋਕ ਸਭਾ ਦੀ ਜਿਹੜੀ ਵਿਵਸਥਾ ਗੀ ਉਹ ਸੰਵਿਧਾਨ ਦੇ 81 ਆਰਟੀਕਲ ਦੇ ਵਿੱਚ ਕੀਤੀ ਗਈ ਹੈਗੀ। ਲੋਕ ਸਭਾ ਦੇ ਮੈਂਬਰਾਂ ਦੀ ਜਿਹੜੀ ਸੰਖਿਆ ਗੀ ਉਹ ਵੱਧ ਤੋਂ ਵੱਧ 552 ਹੋ ਸਕਦੀ ਹੈਗੀ, ਜਿਹਦੇ ਚੋਂ 530 ਮੈਂਬਰ ਨੇ ਜਿਹੜੇ ਉਹ ਰਾਜਾਂ ਵਿੱਚੋਂ ਚੁਣੇ ਜਾਂਦੇ ਨੇ ਤੇ ਜਿਹੜੇ 20 ਮੈਂਬਰ ਨੇ ਉਹ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਚੁਣੇ ਜਾਂਦੇ ਨੇ ਤੇ ਜਿਹੜੇ 2 ਮੈਂਬਰ ਨੇ ਉਹਨਾਂ ਨੂੰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤਾ ਜਾਂਦਾ ਗਾ। ਤੇ ਵਰਤਮਾਨ ਸਮੇਂ ਦੇ ਵਿੱਚ ਲੋਕ ਸਭਾ ਦੇ ਮੈਂਬਰਾਂ ਦੀ ਜਿਹੜੀ ਸੰਖਿਆ ਗੀ ਉਹ 545 ਹੈਗੀ, ਜਿਹਦੇ 'ਚ 530 ਮੈਂਬਰ ਨੇ ਜਿਹੜੇ ਉਹ ਰਾਜਾਂ ਵਿੱਚੋਂ ਚੁਣੇ ਜਾਂਦੇ ਨੇਗੇ, 13 ਮੈਂਬਰ ਨੇ ਜਿਹੜੇ ਉਹ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਚੁਣੇ ਜਾਂਦੇ ਨੇ ਤੇ ਜਿਹੜੇ 2 ਮੈਂਬਰ ਨੇ ਉਹਨਾਂ ਨੂੰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤਾ ਜਾਂਦਾ ਗਾ। ਤੇ ਜਿਹੜੇ ਇਹ 2 ਮੈਂਬਰ ਨੇ ਇਹਨਾਂ ਨੂੰ ਐਂਗਲੋ ਇੰਡੀਅਨ ਕਿਹਾ ਜਾਂਦਾ ਗਾ, ਮਤਲਬ ਕਿ ਐਵੇਂ ਦੇ ਫੋਰਨਰਸ ਜਿਹੜੇ ਕਿ ਹੁਣ ਭਾਰਤੀ ਬਣ ਚੁੱਕੇ ਨੇ। ਤੇ ਇਹਦੀ ਜਿਹੜੀ ਵਿਵਸਥਾ ਗੀ ਇਹ ਸੰਵਿਧਾਨ ਦੇ ਆਰਟੀਕਲ 331 ਦੇ ਵਿੱਚ ਕੀਤੀ ਗਈ ਹੈਗੀ। ਤੇ ਲੋਕ ਸਭਾ ਦੇ ਮੈਂਬਰਾਂ ਦੀ ਜਿਹੜੀ ਚੋਣ ਹੈਗੀ ਉਹ ਪ੍ਰਤੱਖ ਵਿਧੀ ਰਾਹੀਂ ਕੀਤੀ ਜਾਂਦੀ ਹੈਗੀ, ਮਤਲਬ ਕਿ ਜਨਤਾ ਆਪਣੇ ਵੋਟ ਦੇ ਅਧਿਕਾਰ ਰਾਹੀਂ ਆਪਣੇ ਪ੍ਰਤੀਨਿਧਾਂ ਦੀ ਚੋਣ ਕਰਦੀ ਹੈਗੀ। ਲੋਕ ਸਭਾ ਦੇ ਮੈਂਬਰ ਸਭਾਪਤੀ ਤੇ ਉਪ ਸਭਾਪਤੀ ਦੀ ਚੋਣ ਆ ਜਿਹੜੀ ਉਹ ਆਪਣੇ ਵਿੱਚੋਂ ਹੀ ਕਰਦੇ ਨੇਗੇ, ਜਿਹਦੀ ਕਿ ਵਿਵਸਥਾ ਆਰਟੀਕਲ 93 ਤੋਂ ਲੈ ਕੇ ਆਰਟੀਕਲ 97 ਦੇ ਵਿੱਚ ਕੀਤੀ ਗਈ ਹੈਗੀ। ਤੇ ਆਰਟੀਕਲ 108 ਦੇ ਵਿੱਚ ਇਹ ਕਿਹਾ ਗਿਆ ਗਾ ਕਿ ਸੰਯੁਕਤ ਅਧਿਵੇਸ਼ਨ ਦੀ ਪ੍ਰਧਾਨਗੀ, ਮਤਲਬ ਕਿ ਲੋਕ ਸਭਾ ਤੇ ਰਾਜ ਸਭਾ ਦੀ ਜਿਹੜੀ ਇਕੱਠੀ ਬੈਠਕ ਹੁੰਦੀ ਹੈਗੀ ਉਹਦੀ ਪ੍ਰਧਾਨਗੀ ਜਿਹੜੀ ਉਹ ਲੋਕ ਸਭਾ ਦਾ ਸਭਾਪਤੀ ਕਰਦਾ ਗਾ। ਹੁਣ ਅਸੀਂ ਲੋਕ ਸਭਾ ਦਾ ਮੈਂਬਰ ਬਣਨ ਲਈ ਯੋਗਤਾਵਾਂ ਦੀ ਗੱਲ ਕਰਦੇ ਆਂਗੇ। ਸੇਮ ਹੀ ਆ ਲਗਭਗ ਰਾਜ ਸਭਾ ਦੀ ਤਰ੍ਹਾਂ, ਪਰ ਕੁਝ ਚੇਂਜਸ ਨੇਗੀਆਂ ਉਹ ਆਪਾਂ ਦੇਖਦੇ ਆਂਗੇ। ਜਿਵੇਂ ਕਿ ਪਹਿਲਾ ਹੈਗਾ ਗਾ ਕਿ ਉਹ ਭਾਰਤ ਦਾ ਨਾਗਰਿਕ ਹੋਵੇ। ਜਿਵੇਂ ਕਿ ਰਾਜ ਸਭਾ ਦੇ ਵਿੱਚ ਵੀ ਆਪਾਂ ਗੱਲ ਕੀਤੀ ਸੀਗੀ ਕਿ ਰਾਜ ਸਭਾ ਦਾ ਮੈਂਬਰ ਬਣਨ ਲਈ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈਗਾ, ਉਸੇ ਤਰ੍ਹਾਂ ਹੀ ਲੋਕ ਸਭਾ ਦਾ ਮੈਂਬਰ ਬਣਨ ਲਈ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈਗਾ। ਦੂਸਰਾ ਹੈਗਾ ਗਾ ਮੈਂਬਰ ਬਣਨ ਲਈ ਘੱਟੋ ਘੱਟ ਜਿਹੜੀ ਉਮਰ ਹੈਗੀ ਉਹ 25 ਸਾਲ ਹੋਣੀ ਚਾਹੀਦੀ ਹੈਗੀ। ਜਿਵੇਂ ਕਿ ਰਾਜ ਸਭਾ ਦੇ ਵਿੱਚ ਇਹਦੀ ਜਿਹੜੀ ਉਮਰ ਸੀਗੀ ਉਹ 30 ਸਾਲ ਸੀਗੀ ਤੇ ਲੋਕ ਸਭਾ ਦੇ ਵਿੱਚ 25 ਸਾਲ ਦੀ ਹੈਗੀ। ਤੀਸਰਾ ਹੈਗਾ ਗਾ ਉਹ ਸਰਕਾਰੀ ਅਹੁਦੇ ਉੱਤੇ ਨਹੀਂ ਹੋਣਾ ਚਾਹੀਦਾ। ਚੌਥੀ ਹੈਗੀ ਆ ਉਹ ਪਾਗਲ ਜਾਂ ਦਿਵਾਲੀਆ ਨਾ ਹੋਵੇ। ਹੁਣ ਅਸੀਂ ਲੋਕ ਸਭਾ ਦੇ ਵਿੱਚ ਰਾਖਵੀਆਂ ਸੀਟਾਂ ਦੀ ਗੱਲ ਕਰਦੇ ਆਂਗੇ, ਜਿਹਦੇ ਵਿੱਚ ਅਨੁਛੇਦ 330 ਦੇ ਵਿੱਚ ਇਹ ਕਿਹਾ ਗਿਆ ਗਾ ਕਿ ਅਨੁਸੂਚਿਤ ਜਾਤੀਆਂ ਦੇ ਲਈ 84 ਸੀਟਾਂ ਰਾਖਵੀਆਂ ਨੇਗੀਆਂ ਤੇ ਜਨਜਾਤੀਆਂ ਦੇ ਲਈ 47 ਸੀਟਾਂ ਰਾਖਵੀਆਂ ਰੱਖੀਆਂ ਗਈਆਂ ਨੇਗੀਆਂ। ਤੇ ਆਰਟੀਕਲ 331 ਦੇ ਵਿੱਚ 2 ਇੰਡੀਅਨ ਐਂਗਲੋ ਸਮੁਦਾਇ ਦੇ ਲਈ ਸੀਟਾਂ ਜਿਹੜੀਆਂ ਨੇ ਉਹ ਰਾਖਵੀਆਂ ਰੱਖੀਆਂ ਗਈਆਂ ਨੇਗੀਆਂ। ਤੇ ਹੁਣ ਅਸੀਂ ਲੋਕ ਸਭਾ ਦੇ ਕਾਰਜਕਾਲ ਦੀ ਗੱਲ ਕਰਦੇ ਆਂਗੇ, ਜਿਹੜਾ ਕਿ 5 ਸਾਲ ਦਾ ਹੁੰਦਾ ਗਾ ਤੇ ਰਾਜ ਸਭਾ ਦਾ ਜਿਹੜਾ ਕਾਰਜਕਾਲ ਹੈਗਾ ਉਹ 6 ਸਾਲ ਦਾ ਹੁੰਦਾ ਗਾ।
ਪਰ ਅਨੁਛੇਦ 85 ਦੇ ਵਿੱਚ ਇਹ ਕਿਹਾ ਗਿਆ ਗਾ ਕਿ ਬਹੁਮਤ ਖੋਣ ਦੀ ਹਾਲਤ ਦੇ ਵਿੱਚ ਜਿਹੜੀ ਲੋਕ ਸਭਾ ਗੀ ਉਹਨੂੰ ਪਹਿਲਾਂ ਵੀ ਭੰਗ ਕੀਤਾ ਜਾ ਸਕਦਾ ਗਾ। ਅਜਿਹੀ ਹਾਲਤ ਦੇ ਵਿੱਚ ਜਿਹੜਾ ਰਾਸ਼ਟਰਪਤੀ ਹੈਗਾ ਉਹ ਪ੍ਰਧਾਨ ਮੰਤਰੀ ਦੀ ਸਲਾਹ ਉੱਤੇ ਲੋਕ ਸਭਾ ਨੂੰ ਸਮੇਂ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਗਾ। ਪਰ ਆਪਾਤਕਾਲ ਦੀ ਸਥਿਤੀ ਵਿੱਚ ਲੋਕ ਸਭਾ ਦਾ ਜਿਹੜਾ ਕਾਰਜਕਾਲ ਹੈਗਾ ਉਹਨੂੰ ਇੱਕ ਸਾਲ ਕਰਕੇ ਜਿੰਨੀ ਮਰਜ਼ੀ ਵਾਰ ਵਧਾਇਆ ਜਾ ਸਕਦਾ ਗਾ। ਮਤਲਬ ਕਿ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਜਿਹੜਾ ਲੋਕ ਸਭਾ ਦਾ ਕਾਰਜਕਾਲ ਹੈਗਾ ਉਹਨੂੰ ਵਧਾਇਆ ਜਾ ਸਕਦਾ ਗਾ। ਪਰ ਜੇ ਐਮਰਜੈਂਸੀ ਖਤਮ ਹੋ ਜਾਂਦੀ ਹੈ ਤਾਂ ਕੇਵਲ 6 ਮਹੀਨੇ ਦੇ ਲਈ ਹੀ ਜਿਹੜਾ ਕਾਰਜਕਾਲ ਹੈਗਾ ਉਹਨੂੰ ਵਧਾਇਆ ਜਾ ਸਕਦਾ ਗਾ ਅਤੇ ਉਸ ਤੋਂ ਬਾਅਦ ਮੁੜ ਜਿਹੜੇ ਇਲੈਕਸ਼ਨ ਨੇ ਉਹ ਕਰਵਾਏ ਜਾਂਦੇ ਨੇਗੇ। ਜਿਵੇਂ ਕਿ ਰਾਜ ਸਭਾ ਦੇ ਕੁਝ ਵਿਸ਼ੇਸ਼ ਅਧਿਕਾਰ ਸੀਗੇ ਉਸੇ ਤਰ੍ਹਾਂ ਹੀ ਲੋਕ ਸਭਾ ਦੇ ਵਿਸ਼ੇਸ਼ ਅਧਿਕਾਰ ਨੇਗੇ ਜਿਨ੍ਹਾਂ ਦੀ ਹੁਣ ਆਪਾਂ ਗੱਲ ਕਰਦੇ ਆਂਗੇ। ਪਹਿਲਾ ਵਿਸ਼ੇਸ਼ ਅਧਿਕਾਰ ਹੈਗਾ ਗਾ ਮੰਤਰੀ ਪਰਿਸ਼ਦ ਲੋਕ ਸਭਾ ਪ੍ਰਤੀ ਉੱਤਰਦਾਈ ਹੁੰਦਾ ਹੈ। ਦੂਸਰਾ ਹੈਗਾ ਗਾ ਸਰਕਾਰ ਬਣਾਉਣ ਲਈ ਹਮੇਸ਼ਾ ਲੋਕ ਸਭਾ ਵਿੱਚ ਬਹੁਮਤ ਹਾਸਲ ਕਰਨਾ ਪੈਂਦਾ ਹੈ। ਮਤਲਬ ਕਿ ਲੋਕ ਸਭਾ 'ਚ ਹੀ ਬਹੁਮਤ ਪ੍ਰਾਪਤ ਕਰਨ ਵਾਲੇ ਨੂੰ ਸਰਕਾਰ ਬਣਾਉਣੀ ਪਊਗੀ, ਨਾ ਕਿ ਰਾਜ ਸਭਾ ਵਿੱਚ। ਅਤੇ ਜਿਹੜਾ ਧਨ ਬਿੱਲ ਹੈਗਾ ਉਹ ਸਭ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾਂਦਾ ਗਾ ਅਤੇ ਜਦੋਂ ਲੋਕ ਸਭਾ ਇਹਨੂੰ ਪਾਸ ਕਰ ਦਿੰਦੀ ਹੈਗੀ ਤਾਂ ਉਸ ਤੋਂ ਬਾਅਦ ਉਹ ਰਾਜ ਸਭਾ ਦੇ ਵਿੱਚ ਭੇਜਿਆ ਜਾਂਦਾ ਗਾ, ਜਿਹਨੂੰ ਕਿ 14 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਗਾ। ਅਤੇ ਜਿਹੜਾ ਅਵਿਸ਼ਵਾਸ ਦਾ ਪ੍ਰਸਤਾਵ ਹੈਗਾ ਉਹ ਵੀ ਲੋਕ ਸਭਾ ਦੇ ਵਿੱਚ ਹੀ ਰੱਖਿਆ ਜਾਂਦਾ ਗਾ। ਇਸ ਤੋਂ ਇਲਾਵਾ ਹੈਗਾ ਗਾ ਗਣਪੂਰਤੀ, ਜਿਹਨੂੰ ਕਿ ਆਪਾਂ ਕੋਰਮ ਬੋਲਦੇ ਆਂਗੇ। ਮਤਲਬ ਕਿ ਲੋਕ ਸਭਾ ਦੀ ਮੀਟਿੰਗ ਦੇ ਲਈ 1/10 ਮੈਂਬਰਾਂ ਦਾ ਹਾਜ਼ਰ ਹੋਣਾ ਜ਼ਰੂਰੀ ਹੈਗਾ। ਜੇ ਇੰਨੇ ਮੈਂਬਰ ਨੇ ਜਿਹੜੇ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੁੰਦੇ ਜਾਂ ਜਿਹੜੀ ਮੀਟਿੰਗ ਹੈਗੀ ਉਹਨੂੰ ਵੈਲਿਡ ਨਹੀਂ ਮੰਨਿਆ ਜਾਂਦਾ ਹੈਗਾ। ਅਤੇ ਜੇਕਰ ਕੋਈ ਸੰਸਦ ਦਾ ਜਿਹੜਾ ਮੈਂਬਰ ਹੈਗਾ ਉਹ ਬਿਨਾਂ ਦੱਸੇ 60 ਦਿਨਾਂ ਤੱਕ ਗੈਰ ਹਾਜ਼ਰ ਰਹਿੰਦਾ ਗਾ ਤਾਂ ਉਹ ਆਪਣਾ ਅਹੁਦਾ ਖੋ ਦਿੰਦਾ ਗਾ। ਮਤਲਬ ਕਿ ਉਹ ਲੋਕ ਸਭਾ ਦਾ ਮੈਂਬਰ ਆ ਜਿਹੜਾ ਨਹੀਂ ਰਹਿੰਦਾ ਹੈਗਾ। ਇਹ ਸੀ ਜੀ ਆਪਣਾ ਸਾਰਾ ਲੋਕ ਸਭਾ ਦੇ ਬਾਰੇ। ਅਤੇ ਹੁਣ ਆਪਾਂ ਇਸ ਟੌਪਿਕ ਨਾਲ ਰਿਲੇਟਡ ਕੁਝ ਹੋਰ ਮਹੱਤਵਪੂਰਨ ਬਿੰਦੂ ਦੇਖਦੇ ਆਂਗੇ। ਜਿਵੇਂ ਕਿ ਪੰਜਾਬ ਦੇ ਵਿੱਚ ਲੋਕ ਸਭਾ ਨੇ ਸੀਟਾਂ ਦੀ ਗਿਣਤੀ 13 ਗੀ, ਪਰ ਪੂਰੇ ਭਾਰਤ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਇਹਨਾਂ ਦੀ ਗਿਣਤੀ ਹੈ ਜੋ ਕਿ 80 ਹੈ। ਅਤੇ ਪੰਜਾਬ ਦੇ ਵਿੱਚ ਰਾਜ ਸਭਾ ਨੇ ਜਿਹੜੀ ਸੀਟਾਂ ਦੀ ਗਿਣਤੀ ਉਹ 7 ਆ ਗਈ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਇਹਦੀ ਗਿਣਤੀ ਹੈਗੀ ਉਹ 31 ਆ ਗਈ। ਅਤੇ ਹੁਣ ਅਸੀਂ ਪ੍ਰਸ਼ਨ ਕਾਲ ਦੀ ਗੱਲ ਕਰਦੇ ਆਂਗੇ। ਮਤਲਬ ਕਿ ਸੰਸਦ ਦਾ ਜਿਹੜਾ ਪਹਿਲਾ ਘੰਟਾ ਗਾ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਦੇ ਸਮੇਂ ਨੂੰ ਪ੍ਰਸ਼ਨ ਕਾਲ ਕਿਹਾ ਜਾਂਦਾ ਗਾ। ਇਹਦੇ ਵਿੱਚ ਜਿਹੜੇ ਮੈਂਬਰ ਨੇਗੇ ਉਹ ਇੱਕ ਦੂਜੇ ਦੇ ਵਿਭਾਗਾਂ ਨਾਲ ਜਿਹੜੇ ਸੰਬੰਧਿਤ ਪ੍ਰਸ਼ਨ ਨੇ ਉਹ ਪੁੱਛਦੇ ਨੇਗੇ। ਉਸ ਤੋਂ ਬਾਅਦ ਹੈਗਾ ਗਾ ਜ਼ੀਰੋ ਕਾਲ, ਮਤਲਬ ਕਿ ਪ੍ਰਸ਼ਨ ਕਾਲ ਤੋਂ ਬਾਅਦ ਦਾ ਜਿਹੜਾ ਸਮਾਂ ਗਾ 12 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਉਹਨੂੰ ਜ਼ੀਰੋ ਕਾਲ ਕਿਹਾ ਜਾਂਦਾ ਗਾ। ਇਹ ਸੀ ਜੀ ਸਾਰਾ ਆਪਣਾ ਇੰਪੋਰਟੈਂਟ ਟੌਪਿਕ ਸੰਸਦ ਦੇ ਬਾਰੇ, ਜਿਹਦੇ ਵਿੱਚ ਅਸੀਂ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਨੂੰ ਕਵਰ ਕੀਤਾ ਗਾ। ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਪਲੀਜ਼ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।